ਬੱਚਿਓ ਹੁਣ ਆਪਾਂ ਆਪਣੇ ਅਪ੍ਰੈਲ ਮਈ ਦੇ ਸਿਲੇਬਸ ਚੋਂ 10ਵਾਂ ਪਾਠ ਜਿਹੜਾ ਹੈ ਜਿਸ ਦਾ ਨਾਮ ਹੈ ਪ੍ਰਕਾਸ਼ ਪਰਾਵਰਤਨ ਤੇ ਅਪਵਰਤਨ, ਉਹਦੇ ਅਧਿਆਏ ਦੇ ਜਿਹੜੇ ਅੰਦਰਲੇ ਪ੍ਰਸ਼ਨ ਆ ਉਹਨਾਂ ਦਾ ਆਪਾਂ ਪਹਿਲਾਂ ਅਧਿਐਨ ਕਰਾਂਗੇ। ਜਿਵੇਂ ਪਹਿਲਾ ਪ੍ਰਸ਼ਨ ਆਪਾਂ ਨੂੰ ਕਿਹਾ ਕਿ ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਦੱਸੋ। ਤਾਂ ਦਰਪਣ ਦੇ ਸਾਹਮਣੇ ਮੁੱਖ ਧੁਰੇ ਦੇ ਸਮਾਂਤਰ ਜਿੰਨੀਆਂ ਵੀ ਪ੍ਰਕਾਸ਼ ਦੀਆਂ ਕਿਰਨਾਂ ਆਉਂਦੀਆਂ ਉਹ ਦਰਪਣ ਤੇ ਟਕਰਾਉਣ ਤੋਂ ਬਾਅਦ ਜਦੋਂ ਉਹਨਾਂ ਦਾ ਪਰਿਵਰਤਨ ਹੋ ਜਾਂਦਾ ਹੈ ਉਹ ਮੁੱਖ ਧੁਰੇ ਦੇ ਇੱਕ ਬਿੰਦੂ ਤੇ ਕੇਂਦਰਿਤ ਹੋ ਜਾਂਦੀਆਂ, ਤਾਂ ਉਸ ਬਿੰਦੂ ਨੂੰ ਆਪਾਂ ਅਵਤਲ ਦਰਪਣ ਦਾ ਮੁੱਖ ਫੋਕਸ ਕਹਿੰਦੇ ਹਾਂ। ਤਾਂ ਇਸੇ ਤਰ੍ਹਾਂ ਦੂਸਰਾ ਪ੍ਰਸ਼ਨ ਆਪਾਂ ਨੂੰ ਦੱਸਿਆ, ਇਹ ਨਿਊਮੈਰੀਕਲ ਹੈ ਕਿ ਇੱਕ ਗੋਲਾਕਾਰ ਦਰਪਣ ਦਾ ਵਕਰਤਾ ਅਰਧ ਵਿਆਸ 20 ਸੈਂਟੀਮੀਟਰ ਹੈ, ਤਾਂ ਉਸਦੀ ਫੋਕਸ ਦੂਰੀ ਕਿੰਨੀ ਹੋਵੇਗੀ। ਪਹਿਲਾਂ ਤਾਂ ਵਕਰਤਾ ਅਰਧ ਵਿਆਸ ਕੀ ਹੈ। ਜਿਵੇਂ ਆਪਾਂ ਇੱਕ ਮੰਨ ਲਓ ਦਰਪਣ ਲਿਆ, ਦਰਪਣ ਮੰਨ ਲਓ ਇੱਕ ਗੇਂਦ ਵਾਂਗੂ ਕੱਚ ਦੇ ਪੂਰੇ ਗੋਲੇ ਦਾ ਇੱਕ ਹਿੱਸਾ ਸੀ ਜਿਹਨੂੰ ਉਹਦੇ ਵਿੱਚੋਂ ਗੋਲਾਕਾਰ ਰੂਪ ਵਿੱਚ ਕੱਟ ਕੇ ਅਲੱਗ ਕਰ ਲਿਆ। ਉਸ ਗੋਲੇ ਦਾ ਜਿਹੜਾ ਕੇਂਦਰ ਹੁੰਦਾ ਹੈ ਉਸ ਨੂੰ ਆਪਾਂ ਵਕਰਤਾ ਕੇਂਦਰ ਕਹਿੰਦੇ ਹਾਂ, ਅਤੇ ਉਹ ਕੇਂਦਰ ਤੋਂ ਲੈ ਕੇ ਦਰਪਣ ਦੀ ਜਿਹੜੇ ਸ਼ੀਰਸ਼ ਤੱਕ ਭਾਵ ਉਸ ਦੀ ਜਿਹੜੀ ਪ੍ਰਵਰਤਕ ਸਤਹ ਹੈ ਉੱਥੋਂ ਤੱਕ ਜਿਹੜੀ ਦੂਰੀ ਹੁੰਦੀ ਆ ਉਹਨੂੰ ਆਪਾਂ ਵਕਰਤਾ ਅਰਧ ਵਿਆਸ ਕਹਿੰਦੇ ਹਾਂ। ਤਾਂ ਵਕਰਤਾ ਅਰਧ ਵਿਆਸ ਜਿਹੜਾ ਹੈਗਾ ਜਿਹਨੂੰ ਆਪਾਂ ਆਰ ਨਾਲ ਲਿਖਦੇ ਹਾਂ, ਇਹ ਕਿਹਦੇ ਬਰਾਬਰ ਹੁੰਦਾ ਹੈ, ਫੋਕਸ ਦੂਰੀ ਦਾ ਦੁੱਗਣਾ ਭਾਵ 2F ਦੇ ਬਰਾਬਰ ਹੁੰਦਾ ਹੈ। ਤਾਂ ਜੇ ਆਪਾਂ ਫੋਕਸ ਦੂਰੀ ਪਤਾ ਕਰਨੀ ਆ, ਆਪਾਂ ਨੂੰ ਵਕਰਤਾ ਅਰਧ ਵਿਆਸ ਦਿੱਤਾ ਹੈਗਾ 20 ਭਾਵ ਆਰ ਦਾ ਮੁੱਲ 20 ਦਿੱਤਾ ਹੈ, ਤਾਂ ਆਪਾਂ ਫੋਕਸ ਦੂਰੀ ਪਤਾ ਕਰ ਸਕਦੇ ਹਾਂ ਕਿਉਂਕਿ ਆਰ ਬਰਾਬਰ 2F ਹੁੰਦਾ ਹੈ, ਇਸ ਲਈ F ਕੀ ਹੋਵੇਗਾ R/2। ਤਾਂ 20 ਨਾਲ ਆਪਾਂ 2 ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲ 10 ਸੈਂਟੀਮੀਟਰ ਜਿਹੜੀ ਆ ਗੋਲਾਕਾਰ ਦਰਪਣ ਦੀ ਫੋਕਸ ਦੂਰੀ ਆ ਜਾਏਗੀ। ਤੋ ਇਸ ਤਰ੍ਹਾਂ ਤੀਸਰਾ ਪ੍ਰਸ਼ਨ ਹੈ ਕਿ ਉਸ ਦਰਪਣ ਦਾ ਨਾਂ ਦੱਸੋ ਜੋ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਾ ਸਕੇ। ਇਹ ਕੇਵਲ ਅਵਤਲ ਦਰਪਣ ਦੇ ਵਿੱਚ ਹੁੰਦਾ, ਕਿਉਂਕਿ ਅਵਤਲ ਦਰਪਣ ਦੀਆਂ ਆਪਾਂ ਵੱਖ-ਵੱਖ ਸਥਿਤੀਆਂ ਦੇਖੀਆਂ ਹੋਈਆਂ। ਜਦੋਂ ਅਵਤਲ ਦਰਪਣ ਦੇ ਸਾਹਮਣੇ ਵਸਤੂ ਨੂੰ ਅਨੰਤ 'ਤੇ ਰੱਖਦੇ ਹਾਂ ਤਾਂ ਉਸ ਦਾ ਪ੍ਰਤੀਬਿੰਬ ਫੋਕਸ 'ਤੇ ਬਣਦਾ ਹੈ। ਜਦੋਂ ਆਪਾਂ ਅਨੰਤ 'ਤੇ ਵਕਰਤਾ ਜਿਹੜਾ ਕੇਂਦਰ ਹੈ ਉਹਦੇ ਵਿਚਕਾਰ ਰੱਖਦੇ ਹਾਂ ਤਾਂ ਉਹ ਫੋਕਸ 'ਤੇ ਜਿਹੜਾ ਆਪਣਾ ਵਕਰਤਾ ਕੇਂਦਰ ਆ ਉਹਦੇ ਵਿਚਕਾਰ ਬਣਦਾ ਹੈ। ਜਦੋਂ ਆਪਾਂ C 'ਤੇ ਰੱਖਦੇ ਹਾਂ ਤਾਂ C 'ਤੇ ਹੀ ਬਣਦਾ ਹੈ। ਜਦੋਂ C ਅਤੇ F ਦੇ ਵਿਚਾਲੇ ਆਪਾਂ ਵਸਤੂ ਰੱਖਦੇ ਹਾਂ ਤਾਂ C ਤੋਂ ਪਰਾਂ ਵੱਡਾ ਪ੍ਰਤੀਬਿੰਬ ਬਣਦਾ, ਪਰ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਇੱਕ ਅਵਤਲ ਦਰਪਣ ਦੇ ਕੇਸ ਵਿੱਚ ਹੋਰ ਬਣਦਾ ਹੈ। ਜਦੋਂ ਆਪਾਂ ਵਸਤੂ ਫੋਕਸ 'ਤੇ ਰੱਖੀ ਤਾਂ ਉਸ ਦਾ ਪ੍ਰਤੀਬਿੰਬ ਜਿਹੜਾ ਅਨੰਤ 'ਤੇ ਬਣੇਗਾ, ਜਿਸ ਨੂੰ ਆਪਾਂ ਪ੍ਰੈਕਟੀਕਲੀ ਦੇਖ ਸਕਦੇ ਹਾਂ। ਸ਼ਾਇਦ ਤੁਹਾਨੂੰ ਮੈਂ ਇਹ ਜਿਹੜਾ ਇਸ ਚੈਨਲ 'ਤੇ ਆਪਣੇ ਬਹੁਤ ਸਾਰੇ ਪਾਠ ਪਏ ਹੋਏ, ਪ੍ਰਕਾਸ਼ ਦਾ ਪਰਾਵਰਤਨ ਅਤੇ ਅਪਵਰਤਨ ਪਾਠ ਵੀ ਉੱਤੇ ਕੀਤਾ ਹੋਇਆ, ਉਹਦੇ ਵਿੱਚ ਕਿਰਿਆਤਮਕ ਰੂਪ ਵਿੱਚ ਤੁਹਾਨੂੰ ਇਹ ਚੀਜ਼ ਸਮਝਾਈ ਗਈ ਹੈ, ਤਾਂ ਜ਼ਰੂਰ ਦੇਖਿਓ। ਤਾਂ ਉਹ ਦਰਪਣ ਜੋ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਾਉਂਦਾ ਹੈ, ਸਿੱਧਾ ਇੱਕ ਕੰਡੀਸ਼ਨ ਵਿੱਚ ਬਣਦਾ ਹੈ ਜਦੋਂ ਆਪਾਂ ਮੁੱਖ ਫੋਕਸ 'ਤੇ ਜਿਹੜਾ ਸ਼ੀਰਸ਼ ਹੈਗਾ ਦਰਪਣ ਦਾ ਉਹਦੇ ਵਿਚਾਲੇ ਵਸਤੂ ਰੱਖਦੇ ਹਾਂ ਤਾਂ ਦਰਪਣ ਦੇ ਅੰਦਰ ਆਪਾਂ ਨੂੰ ਦੇਖਣਾ ਪਵੇਗਾ ਜਿਹੜੇ ਪਾਸੇ ਵਸਤੂ ਪਈ ਆ ਉਸ ਪਾਸਿਓਂ, ਤਾਂ ਆਪਾਂ ਨੂੰ ਅੰਦਰਲੇ ਪਾਸੇ ਮੋਮਬੱਤੀ ਦੀ ਲਾਟ ਜਿਹੜੀ ਆ ਬਹੁਤ ਵੱਡੀ ਦਿਖਾਈ ਦੇਵੇਗੀ ਉਹਦੇ ਵਿੱਚ, ਤਾਂ ਉਹ ਸਿੱਧਾ ਹੋਵੇਗਾ ਅਤੇ ਵੱਡਾ ਪ੍ਰਤੀਬਿੰਬ ਹੋਵੇਗਾ, ਪਰ ਉਹ ਅਸਲ ਨਹੀਂ ਹੋਵੇਗਾ। ਜਿਹੜਾ ਸ਼ੀਸ਼ੇ ਦੇ ਅੰਦਰ ਬਣਦਾ ਹੈ ਉਹਨੂੰ ਆਪਾਂ ਆਵਾਸੀ ਪ੍ਰਤੀਬਿੰਬ ਕਹਿੰਦੇ ਹਾਂ। ਤਾਂ ਇੱਕ ਤੀਸਰਾ ਗੁਣ ਇਹਦੇ 'ਚ ਵੀ ਆ ਸਕਦਾ, ਪਰ ਆਪਾਂ ਨੂੰ ਫਿਲਹਾਲ ਇੱਥੇ ਇਹੀ ਪੁੱਛਿਆ ਕਿ ਉਸ ਦਰਪਣ ਦਾ ਨਾਂ ਦੱਸੋ ਜੋ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਾ ਸਕਦਾ। ਉਹ ਕਿਹੜਾ ਦਰਪਣ ਹੈ? ਅਵਤਲ ਦਰਪਣ। ਤਾਂ ਚੌਥਾ ਪ੍ਰਸ਼ਨ ਆਪਣੇ ਕੋਲ ਹੈਗਾ ਕਿ ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਵੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ। ਤਾਂ ਉੱਤਲ ਦਰਪਣ ਹਮੇਸ਼ਾ ਵਸਤੂ ਦਾ ਸਿੱਧਾ ਪ੍ਰਤੀਬਿੰਬ ਬਣਾਉਂਦਾ ਹੈ ਅਤੇ ਛੋਟੇ ਆਕਾਰ ਦਾ ਪ੍ਰਤੀਬਿੰਬ ਬਣਾਉਂਦਾ ਹੈ। ਇਸੇ ਕਰਕੇ ਸਕੂਟਰ ਜਾਂ ਮੋਟਰਸਾਈਕਲ ਜਾਂ ਕਾਰਾਂ ਦੇ ਸਾਈਡ 'ਤੇ ਜਿਹੜੇ ਸ਼ੀਸ਼ੇ ਲੱਗੇ ਹੁੰਦੇ ਆ ਜਿਸ 'ਚ ਆਪਾਂ ਬੈਕ ਟ੍ਰੈਫਿਕ ਦੇਖਦੇ ਹਾਂ, ਪਿੱਛੇ ਦਾ ਕੋਈ ਵੀ ਟ੍ਰੈਫਿਕ ਗੱਡੀ ਦੇ, ਉਹ ਅਵਤਲ ਦਰਪਣ ਹੁੰਦਾ ਹੈ। ਤਾਂ ਉਸ ਦੇ ਵਿੱਚ ਵਸਤੂ ਦਾ ਆਕਾਰ ਆਪਾਂ ਨੂੰ ਛੋਟਾ ਦਿਖੇਗਾ, ਮਤਲਬ ਵੱਧ ਤੋਂ ਵੱਧ ਏਰੀਆ ਉਸ ਦਰਪਣ ਦੇ ਵਿੱਚ ਆ ਜਾਂਦਾ ਹੈ, ਭਾਵ ਉਸ ਦਾ ਦ੍ਰਿਸ਼ਟੀ ਖੇਤਰ ਜਿਹੜਾ ਹੈਗਾ ਉੱਤਲ ਦਰਪਣ ਦਾ ਉਹ ਵੱਡਾ ਹੁੰਦਾ। ਅਤੇ ਇਸੇ ਕਰਕੇ ਡਰਾਈਵਰ ਜਿਹੜਾ ਹੈਗਾ ਉਹ ਇਸ ਦੇ ਵਿੱਚੋਂ ਦੀ ਰੀਅਰ ਟ੍ਰੈਫਿਕ ਦੇਖਣ ਦੀ ਕੋਸ਼ਿਸ਼ ਕਰਦੇ ਆ, ਗੱਡੀ ਦੇ ਪਿਛਲਾ ਜਿਹੜਾ ਟ੍ਰੈਫਿਕ ਹੈਗਾ ਤਾਂ ਪਿੱਛੇ ਦੀ ਆਵਾਜਾਈ ਦੇਖਣ ਲਈ, ਇਸ ਲਈ ਉੱਤਲ ਦਰਪਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇੱਥੇ ਅਵਤਲ ਦਰਪਣ ਨਹੀਂ ਵਰਤ ਸਕਦੇ, ਨਾ ਹੀ ਸਮਤਲ ਦਰਪਣ ਆਪਾਂ ਵਰਤ ਸਕਦੇ ਹਾਂ, ਸਿਰਫ ਉੱਤਲ ਦਰਪਣ ਵਰਤਿਆ ਜਾਵੇਗਾ। ਤੋ ਪੰਜਵਾਂ ਪ੍ਰਸ਼ਨ ਹੈ ਕਿ ਉਸ ਉੱਤਲ ਦਰਪਣ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦਾ ਵਕਰਤਾ ਅਰਧ ਵਿਆਸ 32 ਸੈਂਟੀਮੀਟਰ ਹੈ। ਤਾਂ ਆਰ ਆਪਾਂ ਨੂੰ 32 ਸੈਂਟੀਮੀਟਰ ਦਿੱਤਾ ਹੈ। ਉੱਤਲ ਦਰਪਣ ਦਾ ਜਿਹੜਾ ਫੋਕਸ ਹੈਗਾ
ਉਹ ਜਿਹੜਾ ਅੰਦਰਲੇ ਪਾਸੇ ਬਣੇਗਾ ਦਰਪਣ ਦੇ, ਇਸ ਕਰਕੇ ਉਹਨੂੰ ਪਲੱਸ ਵਿੱਚ ਲਿਖਿਆ ਜਾਵੇਗਾ। ਵਕਰਤਾ ਅਰਧ ਵਿਆਸ ਜਿਹੜਾ ਉਸਦਾ ਉਹ ਵੀ ਸੱਜੇ ਪਾਸੇ ਵਾਲੀਆਂ ਦੂਰੀਆਂ ਸਾਰੀਆਂ ਪਲੱਸ ਹੁੰਦੀਆਂ, ਖੱਬੇ ਪਾਸੇ ਵਾਲੀਆਂ ਮਾਈਨਸ ਹੁੰਦੀਆਂ, ਤਾਂ ਇਸ ਕਰਕੇ ਆਰ ਨੂੰ +32 ਲਿਖਿਆ ਗਿਆ। ਜੇ ਆਪਾਂ ਇਸ ਦਾ ਫੋਕਸ ਦੂਰੀ ਪਤਾ ਕਰਨੀ ਹੈ ਤਾਂ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਫੋਕਸ ਦੂਰੀ ਤੇ ਵਕਰਤਾ ਅਰਧ ਵਿਆਸ ਦੋਨਾਂ ਦਾ ਕੀ ਸੰਬੰਧ ਹੈ। ਆਰ ਬਰਾਬਰ 2F ਪੜ੍ਹਿਆ ਆਪਾਂ, ਤਾਂ ਜੇ F ਪਤਾ ਕਰਨਾ ਹੈ ਕੀ ਹੋਵੇਗਾ R/2, ਤਾਂ 32 ਨੂੰ 2 ਨਾਲ ਡਿਵਾਈਡ ਕਰ ਦਾਂਗੇ, ਆਪਣੇ ਕੋਲੇ ਉਸ ਉੱਤਲ ਦਰਪਣ ਦੀ ਫੋਕਸ ਦੂਰੀ ਆ ਜਾਏਗੀ ਜਿਹੜੀ ਦਰਪਣ ਦੇ ਵਿੱਚ ਹੈ, ਭਾਵ 16 ਸੈਂਟੀਮੀਟਰ। ਇਸੇ ਤਰ੍ਹਾਂ 6ਵਾਂ ਪ੍ਰਸ਼ਨ ਆਪਣੇ ਕੋਲੇ ਕਿ ਇੱਕ ਅਵਤਲ ਦਰਪਣ ਆਪਣੇ ਸਾਹਮਣੇ 10 ਸੈਂਟੀਮੀਟਰ ਦੂਰੀ ਉੱਤੇ ਰੱਖੇ ਇੱਕ ਬਿੰਦੂ ਦਾ 3 ਗੁਣਾ ਵੱਡਾ ਪ੍ਰਤੀਬਿੰਬ ਬਣਾਉਂਦਾ ਹੈ, ਤਾਂ ਪ੍ਰਤੀਬਿੰਬ ਦਰਪਣ ਤੋਂ ਕਿੰਨੀ ਦੂਰੀ ਤੇ ਹੈ। ਦੇਖੋ ਵਸਤੂ ਦੀ ਦੂਰੀ ਆਪਾਂ ਨੂੰ ਦਿੱਤੀ ਹੈ, ਜਿਹਨੂੰ ਆਪਾਂ U ਲਿਖਦੇ ਹਾਂ, 10 ਸੈਂਟੀਮੀਟਰ ਹੈ, ਤਾਂ ਵੱਡ ਦਰਸ਼ਨ ਉਸ ਦਾ ਕਿੰਨਾ 3 ਗੁਣਾ, ਕਿਉਂਕਿ ਉਸ ਦਾ ਆਕਾਰ 3 ਗੁਣਾ ਵੱਡਾ ਬਣ ਰਿਹਾ ਹੈ, ਇਸ ਲਈ M ਬਰਾਬਰ ਆਪਣਾ 3 ਹੋਵੇਗਾ। ਪ੍ਰਤੀਬਿੰਬ ਦੀ ਦੂਰੀ ਆਪਾਂ ਪਤਾ ਕਰਨੀ ਹੈਗੀ ਹੈ, ਤਾਂ ਫਾਰਮੂਲਾ ਉਹੀ ਲਾਵਾਂਗੇ ਆਪਾਂ ਇਸ ਵਿੱਚ ਕਿ ਆਪਾਂ ਨੂੰ ਪਤਾ ਵੱਡ ਦਰਸ਼ਨ ਬਰਾਬਰ -V/U ਹੁੰਦਾ। V ਕੀ ਹੁੰਦੀ ਹੈ? ਪ੍ਰਤੀਬਿੰਬ ਦੀ ਦੂਰੀ, ਤੇ U ਹੁੰਦੀ ਹੈ ਵਸਤੂ ਦੀ ਦੂਰੀ। ਵਸਤੂ ਦੀ ਦੂਰੀ ਆਪਾਂ ਨੂੰ ਦਿੱਤੀ ਹੋਈ ਹੈ, ਕਿਉਂਕਿ ਅਵਤਲ ਦਰਪਣ ਦੇ ਵਿੱਚ ਜਿਹੜਾ ਪ੍ਰਤੀਬਿੰਬ ਹੈ ਇਹ ਖੱਬੇ ਪਾਸੇ ਹੀ ਬਣੇਗਾ, ਇਸ ਕਰਕੇ ਇਹਨੂੰ ਮਾਈਨਸ ਵਿੱਚ ਲਿਖਿਆ ਹੋਇਆ -10। ਤਾਂ ਇੱਥੇ ਆਪਾਂ -V/U ਦੇ ਵਿੱਚ ਜਦੋਂ ਮੁੱਲ ਭਰਾਂਗੇ ਆਪਾਂ 3 ਬਰਾਬਰ -V/-10, ਤਾਂ ਆਪਣੇ ਕੋਲੇ ਜਿਹੜਾ -V ਆ ਉਹ 30 ਸੈਂਟੀਮੀਟਰ ਆ ਜਾਏਗਾ। ਮਾਈਨਸ ਕੱਟ ਦਾਂਗੇ ਤਾਂ ਆਪਣੇ ਕੋਲੇ ਪ੍ਰਤੀਬਿੰਬ ਦੀ ਦੂਰੀ ਆ ਗਈ। ਪ੍ਰਤੀਬਿੰਬ ਦੀ ਦੂਰੀ ਕਿੰਨੀ ਹੈ? 30 ਸੈਂਟੀਮੀਟਰ। ਜਦ ਕਿ ਆਪਾਂ ਦੇਖਿਆ ਵਸਤੂ ਦੀ ਦੂਰੀ U ਸੀ 10 ਸੈਂਟੀਮੀਟਰ, ਅਤੇ ਪ੍ਰਤੀਬਿੰਬ ਦੀ ਦੂਰੀ ਜਿਹੜੀ ਆ 30 ਸੈਂਟੀਮੀਟਰ। 3 ਗੁਣਾ ਦੂਰ ਹੈ ਅਤੇ 3 ਗੁਣਾ ਹੀ ਵਸਤੂ ਦਾ ਜਿਹੜਾ ਆਕਾਰ ਇਸ ਵਿੱਚ ਹੈਗਾ। ਹੁਣ ਜਿਹੜੇ ਆਪਣੇ ਅਭਿਆਸ ਦੇ ਪ੍ਰਸ਼ਨ ਹੈ, ਜਿਵੇਂ ਪਹਿਲਾ ਪ੍ਰਸ਼ਨ ਹੈ ਕਿ ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਆਭਾਸੀ, ਸਿੱਧਾ ਅਤੇ ਵਸਤੂ ਤੋਂ ਵੱਡਾ ਸੀ, ਵਸਤੂ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ। ਅਵਤਲ ਦਰਪਣ ਦੇ ਸਾਹਮਣੇ ਆਭਾਸੀ ਸਿਰਫ ਇੱਕ ਕੰਡੀਸ਼ਨ ਵਿੱਚ ਹੀ ਬਣਦਾ ਪ੍ਰਤੀਬਿੰਬ, ਜਦੋਂ ਵਸਤੂ ਨੂੰ ਫੋਕਸ ਅਤੇ ਧਰੁਵ ਦੇ ਵਿਚਾਲੇ ਰੱਖਿਆ ਜਾਂਦਾ ਹੈ। ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਪ੍ਰਤੀਬਿੰਬ ਦਾ ਆਕਾਰ ਵੱਡਾ ਦਿਖਦਾ, ਦਰਪਣ ਦੇ ਅੰਦਰ ਦਿਖਦਾ, ਉਹ ਇਹੀ ਸਥਿਤੀ ਹੈ। ਤਾਂ ਇਸ ਲਈ ਇਹਦਾ ਜਿਹੜਾ ਉੱਤਰ ਹੋਵੇਗਾ D, ਭਾਵ ਵਸਤੂ ਨੂੰ ਕਿੱਥੇ ਰੱਖਿਆ ਗਿਆ? ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ। ਦੂਸਰਾ ਪ੍ਰਸ਼ਨ ਹੈ ਕਿ ਕਿਸੇ ਦਰਪਣ ਤੋਂ ਤੁਸੀਂ ਕਿੰਨੀ ਵੀ ਦੂਰੀ ਉੱਤੇ ਖੜੇ ਹੋਵੋ, ਤੁਹਾਡਾ ਪ੍ਰਤੀਬਿੰਬ ਹਮੇਸ਼ਾ ਹੀ ਸਿੱਧਾ ਪ੍ਰਤੀਤ ਹੁੰਦਾ ਹੈ। ਸੰਭਵ ਤੌਰ 'ਤੇ ਦਰਪਣ ਕੀ ਹੈ? ਹਮੇਸ਼ਾ ਪ੍ਰਤੀਬਿੰਬ ਸਿੱਧਾ ਦਿਖਦਾ, ਤਾਂ ਹਮੇਸ਼ਾ ਸਿਰਫ ਇੱਕ ਕੇਸ ਵਿੱਚ ਹੀ ਦਿਖਦਾ ਆਪਾਂ ਨੂੰ ਸਿੱਧਾ, ਜਾਂ ਤਾਂ ਸਮਤਲ ਦਰਪਣ ਹੋਵੇਗਾ ਜਾਂ ਉੱਤਲ ਦਰਪਣ ਹੋਵੇਗਾ। ਉੱਤਲ ਦਰਪਣ 'ਚ ਤਾਂ ਆਪਾਂ ਦੇਖਦੇ ਹੀ ਹਾਂ, ਜਿਹੜਾ ਆਪਣੇ ਸਾਈਡ 'ਤੇ ਲੱਗੇ ਹੁੰਦੇ ਕਾਰਾਂ ਦੇ ਜਾਂ ਸਕੂਟਰਾਂ ਦੇ ਜਾਂ ਮੋਟਰਸਾਈਕਲਾਂ ਦੇ ਸ਼ੀਸ਼ੇ, ਉਸ 'ਚ ਉੱਤਲ ਦਰਪਣ ਹੈ। ਅਤੇ ਸਵੇਰੇ ਆਪਾਂ ਜਿੱਥੇ ਕੰਘਾ ਆਪਣੇ ਵਾਹ ਕੇ ਜਾਂਦੇ ਹਾਂ, ਜਿਹੜੇ ਸ਼ੀਸ਼ੇ ਨੂੰ ਦੇਖਦੇ ਹਾਂ, ਉਹ ਸਮਤਲ ਦਰਪਣ ਹੁੰਦਾ। ਤਾਂ ਜਾਂ ਤਾਂ ਉਹ ਦਰਪਣ ਸਮਤਲ ਹੋਵੇਗਾ ਜਾਂ ਉਹ ਉੱਤਲ ਹੋਵੇਗਾ। ਨਾ ਤਾਂ ਇਹ ਕੇਵਲ ਸਮਤਲ ਹੈ, ਨਾ ਹੀ ਇਹ ਕੇਵਲ ਉੱਤਲ ਹੈ, ਅਤੇ ਨਾ ਹੀ ਇਹ ਕੇਵਲ ਅਵਤਲ ਹੈ। ਤਾਂ ਇਹ ਜਾਂ ਤਾਂ ਸਮਤਲ ਹੈ ਅਤੇ ਜਾਂ ਉੱਤਲ ਹੈ, ਕਿਉਂਕਿ ਇਹਨਾਂ ਦੋਨਾਂ ਵਿੱਚ ਵਸਤੂ ਦਾ ਹਮੇਸ਼ਾ ਹੀ ਸਿੱਧਾ ਪ੍ਰਤੀਬਿੰਬ ਦਿਖਦਾ ਹੈ। ਉਲਟਾ ਪ੍ਰਤੀਬਿੰਬ ਸਮਤਲ ਜਾਂ ਉੱਤਲ ਦੇ ਵਿੱਚ ਕਿਤੇ ਵੀ ਨਹੀਂ ਦਿਖਦਾ, ਸਿਰਫ ਅਵਤਲ 'ਚ ਦਿਖਦਾ। ਤਾਂ ਤੀਜਾ ਪ੍ਰਸ਼ਨ ਆਪਾਂ ਨੂੰ ਦਿੱਤਾ ਹੈ ਕਿ 15 ਸੈਂਟੀਮੀਟਰ ਫੋਕਸ ਦੂਰੀ ਦੇ ਇੱਕ ਅਵਤਲ ਦਰਪਣ ਦਾ ਉਪਯੋਗ ਕਰਕੇ ਅਸੀਂ ਕਿਸੇ ਵਸਤੂ ਦਾ ਸਿੱਧਾ ਪ੍ਰਤੀਬਿੰਬ ਬਣਾਉਣਾ ਚਾਹੁੰਦੇ ਹਾਂ। ਵਸਤੂ ਤੋਂ ਦਰਪਣ ਦੀ ਰੇਂਜ ਕੀ ਹੋਣੀ ਚਾਹੀਦੀ ਹੈ? ਤਾਂ ਪ੍ਰਤੀਬਿੰਬ ਦੀ ਪ੍ਰਕਿਰਤੀ ਕਿਹੋ ਜਿਹੀ ਹੈ, ਅਤੇ ਪ੍ਰਤੀਬਿੰਬ ਵਸਤੂ ਤੋਂ ਵੱਡਾ ਹੈ ਜਾਂ ਛੋਟਾ। ਇਸ ਸਥਿਤੀ ਵਿੱਚ ਪ੍ਰਤੀਬਿੰਬ ਬਣਨ ਦਾ ਕਿਰਨ ਰੇਖਾ ਚਿੱਤਰ ਬਣਾਓ। ਤਾਂ ਅਵਤਲ ਦਰਪਣ ਦੇ ਕੇਸ ਦੇ ਵਿੱਚ ਜਿਹੜਾ ਸਿੱਧਾ ਪ੍ਰਤੀਬਿੰਬ ਬਣਦਾ ਹੈਗਾ, ਉਹ ਸਿਰਫ ਇੱਕ ਸਥਿਤੀ 'ਚ ਹੀ ਬਣਦਾ ਹੈ। ਬਾਕੀ ਸਾਰੀਆਂ ਸਥਿਤੀ 'ਚ ਉਲਟਾ ਪ੍ਰਤੀਬਿੰਬ ਬਣਦਾ ਹੈਗਾ। ਸਿਰਫ ਇੱਕ ਸਥਿਤੀ ਹੈ ਜਦੋਂ ਵਸਤੂ ਮੁੱਖ ਫੋਕਸ ਅਤੇ ਧਰੁਵ ਦੇ ਵਿਚਾਲੇ ਪਈ ਹੁੰਦੀ ਹੈ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਵੀ ਦੇਖ ਰਹੇ ਹੋ। ਫੋਕਸ ਦੂਰੀ ਜਿਹੜੀ 15 ਸੈਂਟੀਮੀਟਰ ਹੈ, ਅੰਦਰਲੇ ਪਾਸੇ ਉਸ ਦਾ ਪ੍ਰਤੀਬਿੰਬ ਬਣ ਰਿਹਾ ਜਿਹੜਾ ਅਵਤਲ ਦਰਪਣ ਦੇ, ਤਾਂ ਇਸ ਕਰਕੇ ਇਹ ਪ੍ਰਤੀਬਿੰਬ ਆਭਾਸੀ ਹੋਵੇਗਾ। ਦੂਸਰਾ ਇਹ ਹੈ ਵੀ ਪ੍ਰਤੀਬਿੰਬ ਵਸਤੂ ਦੇ ਆਕਾਰ ਤੋਂ ਛੋਟਾ ਹੋਵੇਗਾ, ਅਤੇ ਤਾਂ ਇਹਨਾਂ ਸਥਿਤੀਆਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਵਸਤੂ ਜਿਹੜੀ ਆ ਉਹ ਕਿੱਥੇ ਪਈ ਹੈਗੀ ਆ। ਤਾਂ ਹੁਣ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ।
ਗਲਤੀ ਨਾਲ ਜਿਹੜੇ ਕੁਐਸਚਨ ਹੈ ਉਹ ਆਪਣੇ ਤੋਂ ਅੱਗੇ ਲੰਘ ਗਏ, ਇਸ ਕਰਕੇ ਮੈਂ ਉੱਥੇ ਦੁਬਾਰਾ ਆਉਣ ਦੀ ਕੋਸ਼ਿਸ਼ ਕਰ ਰਿਹਾ ਜਿੱਥੇ ਪੜ੍ਹਾ ਰਿਹਾ ਸੀ ਮੈਂ। ਤੋ ਇਸ ਸਥਿਤੀ ਦੇ ਵਿੱਚ ਜਿਹੜਾ ਸਿੱਧਾ ਪ੍ਰਤੀਬਿੰਬ ਬਣਾਉਣ ਲਈ ਵਸਤੂ ਤੋਂ ਦਰਪਣ ਦੀ ਦੂਰੀ ਦੀ ਰੇਂਜ ਧਰੁਵ ਤੋਂ ਮੁੱਖ ਫੋਕਸ 15 ਸੈਂਟੀਮੀਟਰ ਤੱਕ ਹੋਊਗੀ। ਪ੍ਰਤੀਬਿੰਬ ਦੀ ਪ੍ਰਕਿਰਤੀ ਤੁਸੀਂ ਦੇਖ ਸਕਦੇ ਹੋ, ਦਰਪਣ ਦੇ ਅੰਦਰ ਹੈ, ਆਭਾਸੀ ਹੈ, ਅਤੇ ਪ੍ਰਤੀਬਿੰਬ ਵਸਤੂ ਦੇ ਆਕਾਰ ਤੋਂ ਵੀ ਵੱਡਾ ਹੈਗਾ। ਤੋ ਇਹ ਆਪਾਂ ਦੇਖ ਸਕਦੇ ਹਾਂ। ਅਗਲਾ ਪ੍ਰਸ਼ਨ ਆਪਣੇ ਲਈ ਹੈਗਾ ਚੌਥਾ ਕਿ ਨਿਮਨ ਸਥਿਤੀਆਂ ਵਿੱਚ ਵਰਤੇ ਗਏ ਦਰਪਣ ਦੀ ਕਿਸਮ ਦੱਸਣੀ ਹੈ ਅਤੇ ਉਹਦਾ ਕਾਰਨ ਵੀ ਦੱਸਣਾ। ਜਿਵੇਂ ਕਿ ਨੰਬਰ 1 'ਤੇ ਕਿਸੇ ਕਾਰ ਦੀ ਹੈੱਡਲਾਈਟ ਦੇ ਵਿੱਚ ਹਮੇਸ਼ਾ ਅਵਤਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਅਵਤਲ ਦਰਪਣ ਮੁੱਖ ਫੋਕਸ 'ਤੇ ਪਏ ਬਲਬ ਦਾ ਪ੍ਰਕਾਸ਼ ਪਰਿਵਰਤਿਤ ਕਰਕੇ ਸਮਾਂਤਰ ਭੇਜਦਾ, ਜਿਸ ਕਰਕੇ ਪ੍ਰਕਾਸ਼ ਵੱਧ ਦੂਰੀ ਤੱਕ ਚਲਾ ਜਾਂਦਾ ਹੈ। ਤਾਂ ਬਲਬ ਦਰਪਣ ਦੇ ਸਾਹਮਣੇ ਉਸ ਸਥਿਤੀ ਨਾਲ ਰੱਖਿਆ ਹੁੰਦਾ ਹੈ ਕਿ ਬਲਬ ਦਾ ਜਿਹੜਾ ਪ੍ਰਕਾਸ਼ ਹੈਗਾ ਉਹ ਦਰਪਣ 'ਤੇ ਟਕਰਾਵੇ ਤਾਂ ਦਰਪਣ ਤੋਂ ਉਹ ਪਰਿਵਰਤਿਤ ਹੋ ਕੇ ਬਿਲਕੁਲ ਸਿੱਧੀਆਂ ਜਾ ਵੜਦੀਆਂ ਕਿਰਨਾਂ, ਜਿਸ ਕਰਕੇ ਆਪਾਂ ਕਾਰ ਤੋਂ ਬਹੁਤ ਦੂਰੀ ਤੱਕ ਵੀ ਦੇਖ ਸਕਦੇ ਹਾਂ ਸਿੱਧਾ। ਦੂਸਰਾ ਦੱਸਿਆ ਕਿ ਕਿਸੇ ਵਾਹਨ ਦਾ ਪਾਸਾ ਜਾਂ ਪਿੱਛੇ ਦਰਸ਼ੀ ਦਰਪਣ ਕਿਹੜਾ ਹੈਗਾ, ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਵਾਹਨ ਦੇ ਪਾਸੇ 'ਤੇ ਜਾਂ ਪਿੱਛੇ ਹਮੇਸ਼ਾ ਉੱਤਲ ਦਰਪਣ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਹੜਾ ਕਿ ਵਸਤੂ ਦਾ ਛੋਟਾ ਪ੍ਰਤੀਬਿੰਬ 'ਤੇ ਸਿੱਧਾ ਬਣਾਉਂਦੇ ਆ। ਤਾਂ ਦ੍ਰਿਸ਼ਟੀ ਖੇਤਰ ਵੀ ਇਸ ਦਰਪਣ ਦਾ ਜ਼ਿਆਦਾ ਹੁੰਦਾ, ਤਾਂ ਇਸ ਕਰਕੇ ਇਸ ਵੱਡਾ ਖੇਤਰ ਨੂੰ ਦੇਖਣ ਦੇ ਵਿੱਚ ਮਦਦ ਕਰਨ ਦੇ ਕਰਕੇ ਹੀ ਇੱਥੇ ਜਿਹੜਾ ਉੱਤਲ ਦਰਪਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸੋਲਰ ਪੱਠੀਆਂ ਭਾਵ ਸੂਰਜੀ ਸੰਕੇਂਦਰਕ ਵੀ ਹੁੰਦੇ ਆ ਕਈ, ਤਾਂ ਉਹਨਾਂ ਵਿੱਚ ਅਵਤਲ ਦਰਪਣ ਦਾ ਉਪਯੋਗ ਕੀਤਾ ਜਾਂਦਾ ਹੈਗਾ, ਜਿਹੜਾ ਕਿ ਸੂਰਜ ਦੇ ਪ੍ਰਕਾਸ਼ ਨੂੰ ਪ੍ਰਾਪਤ ਕਰਕੇ ਇੱਕ ਥਾਂ 'ਤੇ ਫੋਕਸ ਕਰ ਦਿੰਦਾ, ਇੱਕ ਥਾਂ 'ਤੇ ਇਕੱਠੇ ਕਰ ਦਿੰਦਾ ਦਰਪਣ ਦੇ ਸਾਹਮਣੇ। ਉਸ ਬਿੰਦੂ 'ਤੇ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਕਿਰਨਾਂ ਦਾ, ਕਿਉਂਕਿ ਉੱਥੇ ਕਿਰਨਾਂ ਸਾਰੀਆਂ ਇੱਕ ਬਿੰਦੂ 'ਤੇ ਕੇਂਦਰਿਤ ਹੋ ਜਾਂਦੀਆਂ। ਇਸੇ ਕਰਕੇ ਅਜਿਹੀਆਂ ਸੋਲਰ ਪੱਠੀਆਂ ਨੂੰ ਸੂਰਜੀ ਸੰਕੇਂਦਰਕ ਵੀ ਕਹਿੰਦੇ ਹਨ। ਬਹੁਤ ਥਾਵਾਂ 'ਤੇ ਇਸ ਨੂੰ ਰਸੋਈ ਘਰ ਵਿੱਚ ਵੀ ਵਰਤਿਆ ਜਾਂਦਾ, ਜਿਵੇਂ ਕਿ ਮਾਊਂਟ ਆਬੂ, ਉੱਥੇ ਇੱਕ ਆਸ਼ਰਮ ਹੈਗਾ ਜਿਹੜਾ ਬ੍ਰਹਮ ਕੁਮਾਰੀਆਂ ਦਾ ਆਸ਼ਰਮ। ਉਸ ਆਸ਼ਰਮ ਦੀ ਕਿਚਨ ਦੇ ਉੱਤੇ ਸਾਰੀਆਂ ਸੋਲਰ ਪੱਠੀਆਂ ਲੱਗੀਆਂ ਹੋਈਆਂ ਅਤੇ ਉਹਨਾਂ ਦੇ ਸਾਰੇ ਮਤਲਬ ਅਵਤਲ ਦਰਪਣ ਵਾਂਗੂ ਹੀ ਉਹਨਾਂ ਨੂੰ ਬਣਾਇਆ ਗਿਆ ਉੱਪਰਲੇ ਪਾਸੇ। ਤਾਂ ਉੱਥੋਂ ਤਾਪ ਰਿਸੀਵ ਕਰਕੇ ਪਾਈਪਾਂ ਦੇ ਰਾਹੀਂ ਕਿਚਨ ਵਿੱਚ ਪਹੁੰਚਾਇਆ ਜਾਂਦਾ, ਜਿੱਥੇ ਖਾਣਾ ਤਿਆਰ ਹੁੰਦਾ ਹੈਗਾ। ਤੋ ਇਹ ਸੋਲਰ ਪੱਠੀਆਂ, ਉਹਨਾਂ 'ਚ ਕਿਹੜਾ ਦਰਪਣ ਵਰਤਿਆ ਜਾਂਦਾ? ਅਵਤਲ ਦਰਪਣ। ਤਾਂ ਪੰਜਵਾਂ ਪ੍ਰਸ਼ਨ ਆਪਣੇ ਕੋਲ ਇਹ ਹੈ ਕਿ 15 ਸੈਂਟੀਮੀਟਰ ਫੋਕਸ ਦੂਰੀ ਦੇ ਕਿਸੇ ਉੱਤਲ ਦਰਪਣ ਤੋਂ ਕੋਈ ਵਸਤੂ 10 ਸੈਂਟੀਮੀਟਰ ਦੂਰੀ 'ਤੇ ਰੱਖੀ ਗਈ ਹੈ। ਪ੍ਰਤੀਬਿੰਬ ਦੀ ਸਥਿਤੀ ਅਤੇ ਪ੍ਰਕਿਰਤੀ ਪਤਾ ਕਰਨੀ ਹੈ। ਹੁਣ ਆਪਣੇ ਕੋਲ ਫੋਕਸ ਦੂਰੀ ਜਿਹੜੀ ਹੈਗੀ ਹੈ, ਕਿਉਂਕਿ ਉੱਤਲ ਦਰਪਣ ਦੇ ਅੰਦਰ ਹੈ, ਇਸ ਕਰਕੇ ਪਲੱਸ 15 ਸੈਂਟੀਮੀਟਰ ਲਿਖਾਂਗੇ। ਵਸਤੂ ਦੀ ਦੂਰੀ ਕਿਉਂਕਿ ਉਹ ਦਰਪਣ ਦੇ ਸਾਹਮਣੇ ਰੱਖੀ ਗਈ ਹੈ 10 ਸੈਂਟੀਮੀਟਰ 'ਤੇ, ਇਸ ਕਰਕੇ ਉਹਨੂੰ -10 ਸੈਂਟੀਮੀਟਰ ਆਪਾਂ ਲਿਖਾਂਗੇ। ਤਾਂ ਪ੍ਰਤੀਬਿੰਬ ਦੀ ਦੂਰੀ ਆਪਾਂ ਪਤਾ ਕਰਨੀ ਹੈ। ਦਰਪਣ ਫਾਰਮੂਲਾ ਕੀ ਹੁੰਦਾ? 1/F ਬਰਾਬਰ 1/V ਪਲੱਸ 1/U। ਤੋ ਦਰਪਣ ਫਾਰਮੂਲਾ ਜਿਹੜਾ ਹੈਗਾ, ਇਹ ਦਰਪਣ ਦੇ ਸਾਹਮਣੇ ਦਰਪਣ ਤੋਂ ਵਸਤੂ ਦੀ ਦੂਰੀ, ਦਰਪਣ ਤੋਂ ਪ੍ਰਤੀਬਿੰਬ ਦੀ ਦੂਰੀ ਅਤੇ ਮੁੱਖ ਫੋਕਸ ਦੀ ਦੂਰੀ, ਉਹਨਾਂ ਤਿੰਨਾਂ ਦਾ ਅਨੁਪਾਤ ਹੁੰਦਾ ਇਹ। ਇਸ ਕਰਕੇ ਇਹਨੂੰ ਆਪਾਂ 1/F ਬਰਾਬਰ 1/U ਪਲੱਸ 1/V ਕਹਿੰਦੇ ਹਾਂ। F ਆਪਾਂ ਨੂੰ ਪਤਾ ਹੈ ਕਿੰਨਾ ਹੈਗਾ, 15 ਸੈਂਟੀਮੀਟਰ ਪਲੱਸ ਦਾ। U ਵੀ ਆਪਾਂ ਨੂੰ ਪਤਾ ਹੈ -10 ਸੈਂਟੀਮੀਟਰ ਹੈ। ਇਹ ਸਾਰੀਆਂ ਵੈਲਿਊਜ਼ ਉਹਦੇ ਵਿੱਚ ਭਰ ਕੇ ਆਪਾਂ V ਦਾ ਮੁੱਲ ਪਤਾ ਕਰ ਲਾਂਗੇ। ਆਪਣੇ ਕੋਲ 1/V ਆ ਜਾਏਗਾ 1/6, ਕ੍ਰੋਸ ਮਲਟੀਪਲਾਈ ਕਰਕੇ V ਦਾ ਮੁੱਲ ਆ ਜਾਊਗਾ 6 ਸੈਂਟੀਮੀਟਰ। ਤਾਂ 6 ਸੈਂਟੀਮੀਟਰ ਜਿਹੜੀ ਆਪਣੇ ਕੋਲ ਹੈਗੀ ਹੈ, ਇਹ ਪ੍ਰਤੀਬਿੰਬ ਦੀ ਜਿਹੜੀ ਦੂਰੀ ਹੈ ਉਹ ਹੈ। ਤਾਂ ਪ੍ਰਤੀਬਿੰਬ ਜਿਹੜਾ ਹੈਗਾ, ਸਥਿਤੀ ਅਤੇ ਪ੍ਰਕਿਰਤੀ ਉਹਦੀ ਆਪਾਂ ਜੇ ਦੱਸਾਂਗੇ ਤਾਂ ਸਥਿਤੀ ਉਹਦੀ ਇਹੀ ਹੈ ਕਿ ਇਹ ਪ੍ਰਤੀਬਿੰਬ ਉੱਤਲ ਦਰਪਣ ਦੇ ਸਾਹਮਣੇ ਤੋਂ ਵਸਤੂ ਦਾ ਪ੍ਰਕਾਸ਼ ਆ ਰਿਹਾ, ਇਸ ਕਰਕੇ ਉੱਤਲ ਦਰਪਣ ਦੇ ਅੰਦਰ ਪ੍ਰਤੀਬਿੰਬ ਬਣੇਗਾ। ਤੋ ਇਸੇ ਤਰ੍ਹਾਂ 6ਵਾਂ ਪ੍ਰਸ਼ਨ ਹੈ ਕਿ ਇੱਕ ਸਮਤਲ ਦਰਪਣ ਦੁਆਰਾ ਪੈਦਾ ਹੋਇਆ ਵੱਡ ਦਰਸ਼ਨ +1 ਹੈ, ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਸਿਰਫ ਇਹ ਹੈ ਕਿ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ ਅਤੇ ਧਨਾਤਮਕ ਚਿੰਨ੍ਹ ਦਰਸਾਉਂਦਾ ਹੈ ਕਿ ਸਮਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਜਿਹੜਾ ਆਭਾਸੀ ਹੈ। ਤਾਂ ਪਲੱਸ ਦੇ ਵਿੱਚ ਜਿਹੜਾ ਆਪਾਂ ਲਿਖਦੇ ਹਾਂ, ਇਹ ਹਮੇਸ਼ਾ ਸੱਜੇ ਪਾਸੇ ਭਾਵ ਦਰਪਣ ਦੇ ਅੰਦਰ ਹੈ। ਤਾਂ ਕਿਉਂਕਿ ਦਰਪਣ ਦੇ ਅੰਦਰ ਜਿਹੜਾ ਹੈਗਾ ਉਸ ਦਾ ਪ੍ਰਤੀਬਿੰਬ ਬਣੇਗਾ, ਅਤੇ ਇਸ ਕਰਕੇ ਉਹਨੂੰ ਪਲੱਸ ਦੇ ਸਾਈਨ ਨਾਲ ਆਪਾਂ ਲਿਖਿਆ ਹੋਇਆ।
ਪ੍ਰਸ਼ਨ 7ਵਾਂ ਆਪਣੇ ਕੋਲੇ ਹੈਗਾ ਕਿ 5 ਸੈਂਟੀਮੀਟਰ ਲੰਬਾਈ ਦੀ ਕੋਈ ਵਸਤੂ 30 ਸੈਂਟੀਮੀਟਰ ਵਕਰਤਾ ਅਰਧ ਵਿਆਸ ਦੇ ਕਿਸੇ ਉੱਤਲ ਦਰਪਣ ਦੇ ਸਾਹਮਣੇ 20 ਸੈਂਟੀਮੀਟਰ ਦੂਰੀ ਉੱਤੇ ਰੱਖੀ ਗਈ ਹੈ। ਪ੍ਰਤੀਬਿੰਬ ਦੀ ਸਥਿਤੀ ਅਤੇ ਆਕਾਰ ਪਤਾ ਕਰਨੀ ਹੈ। ਹੁਣ ਆਪਾਂ ਨੂੰ ਵਸਤੂ ਦੀ ਲੰਬਾਈ ਦਿੱਤੀ ਹੈ, ਭਾਵ ਹਾਈਟ ਦਿੱਤੀ ਹੋਈ ਆਪਾਂ ਨੂੰ 5 ਸੈਂਟੀਮੀਟਰ, ਵਕਰਤਾ ਅਰਧ ਵਿਆਸ ਜਿਹਨੂੰ ਆਪਾਂ ਆਰ ਕਹਿੰਦੇ ਆ ਉਹ 30 ਸੈਂਟੀਮੀਟਰ ਦਿੱਤਾ ਹੈ, ਅਤੇ ਜਿਹੜੀ ਉੱਤਲ ਦਰਪਣ ਦੇ ਸਾਹਮਣੇ ਜਿਹੜੀ ਦੂਰੀ ਹੈ ਵਸਤੂ ਦੀ ਉਹ ਹੈਗੀ ਆ 20 ਸੈਂਟੀਮੀਟਰ। ਤਾਂ ਆਪਾਂ ਇਹਦੇ ਵਿੱਚ ਹਾਈਟ 5 ਸੈਂਟੀਮੀਟਰ ਲਿਖ ਲਈ, ਵਕਰਤਾ ਅਰਧ ਵਿਆਸ ਆਰ 30 ਹੈ, ਅਤੇ ਆਰ ਨਾਲ ਆਪਾਂ ਫੋਕਸ ਪਤਾ ਕਰ ਲਾਂਗੇ। ਕਿਵੇਂ ਪਤਾ ਲੱਗੇਗਾ? ਐਫ ਬਰਾਬਰ ਆਰ ਬਟੇ 2 ਹੁੰਦਾ, ਆਰ ਨਾਲ 2 ਵੰਡ ਦਾਂਗੇ ਤਾਂ ਆਪਣੇ ਕੋਲ ਪਲੱਸ 15 ਸੈਂਟੀਮੀਟਰ ਫੋਕਸ ਦੂਰੀ ਆ ਜਾਏਗੀ। ਅਤੇ ਵਸਤੂ ਦੀ ਦੂਰੀ ਆਲਰੇਡੀ ਆਪਾਂ ਨੂੰ ਦਿੱਤੀ ਹੋਈ ਆ -20 ਸੈਂਟੀਮੀਟਰ। ਤਾਂ ਆਪਾਂ ਜਿਹੜਾ ਦਰਪਣ ਫਾਰਮੂਲਾ ਹੈਗਾ ਉਸ ਦੇ ਵਿੱਚ ਵੈਲਿਊਜ਼ ਭਰਾਂਗੇ। ਆਪਾਂ ਪ੍ਰਤੀਬਿੰਬ ਦਾ ਆਕਾਰ ਵੀ ਪਤਾ ਕਰਨਾ, ਇਸ ਕਰਕੇ ਇਹਦੀ ਵੈਲਿਊ ਵੀ ਕੈਲਕੂਲੇਟ ਕਰਨੀ ਜ਼ਰੂਰੀ ਹੈਗੀ ਆ। ਜਿਹੜੀ 20 ਦੀ 20 ਭਾਵ ਇੱਥੇ ਆਪਣਾ ਕੀ ਹੈਗਾ? ਪ੍ਰਤੀਬਿੰਬ ਦੀ ਦੂਰੀ। ਤਾਂ 1/20 ਕਿਹਦੇ ਬਰਾਬਰ ਹੋਵੇਗਾ? ਸਾਰੀ ਕੈਲਕੂਲੇਸ਼ਨ ਕਰਕੇ ਵੈਲਿਊ ਭਰ ਕੇ ਆਪਣੇ ਕੋਲੇ 20 ਦਾ ਮੁੱਲ ਆ ਜਾਏਗਾ ਪਲੱਸ 60/7। ਤਾਂ ਹੁਣ ਅੱਗੇ ਕੀ ਹੋਵੇਗਾ? ਵੱਡ ਦਰਸ਼ਨ M ਬਰਾਬਰ ਹੈ H'/H। H ਡੈਸ਼ ਜਿਹੜੀ ਹੈਗੀ ਆ ਇਹ ਪ੍ਰਤੀਬਿੰਬ ਦੀ ਉਚਾਈ ਹੈ, ਅਤੇ ਜਿਹੜੀ H ਹੈਗੀ ਆ ਇਹ ਵਸਤੂ ਦੀ ਉਚਾਈ ਹੈ। ਤਾਂ ਆਪਾਂ ਇੱਥੇ ਜਿਹੜਾ H'/H ਆ ਉਹ -V/U ਦੇ ਬਰਾਬਰ ਵੀ ਹੁੰਦਾ। ਸਾਰੀਆਂ ਵੈਲਿਊਜ਼ ਭਰ ਦਾਂਗੇ। H'/H, H ਕਿੰਨਾ? 5 ਸੈਂਟੀਮੀਟਰ ਹੈ, ਅਤੇ -V/U ਆਪਾਂ ਜਿਹੜਾ 60/7 ਗੁਣਾ -20 ਕਰ ਦਾਂਗੇ। ਤਾਂ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਜਿਹੜੀ ਪ੍ਰਤੀਬਿੰਬ ਦੀ ਉਚਾਈ ਆ ਜਾਏਗੀ 2.2 ਸੈਂਟੀਮੀਟਰ। ਤਾਂ ਇਸ ਤਰ੍ਹਾਂ ਆਪਣੀ ਸਾਰੀ ਕੈਲਕੂਲੇਸ਼ਨ ਇਸ ਵਿੱਚ ਹੋ ਸਕਦੀ ਹੈ। ਬੜੇ ਧਿਆਨ ਨਾਲ ਇਹਨੂੰ ਤੁਸੀਂ ਕਰਨਾ ਹੈਗਾ, ਸੈਲਫ ਕੈਲਕੂਲੇਟ ਕਰਿਓ ਆਪਣੇ ਆਪ ਲਿਖ ਕੇ, ਅਤੇ ਇਹ ਤੁਹਾਨੂੰ ਤਾਂ ਸਮਝ ਆਵੇਗਾ ਜ਼ਿਆਦਾ। 8ਵਾਂ ਪ੍ਰਸ਼ਨ ਹੈ ਕਿ 7 ਸੈਂਟੀਮੀਟਰ ਸਾਈਜ਼ ਦੀ ਕੋਈ ਵਸਤੂ 18 ਸੈਂਟੀਮੀਟਰ ਫੋਕਸ ਦੂਰੀ ਦੇ ਕਿਸੇ ਦਰਪਣ ਦੇ ਸਾਹਮਣੇ 27 ਸੈਂਟੀਮੀਟਰ ਦੂਰੀ 'ਤੇ ਰੱਖੀ ਗਈ ਹੈ, ਅਤੇ ਦਰਪਣ ਤੋਂ ਕਿੰਨੀ ਦੂਰੀ 'ਤੇ ਕਿਸੇ ਪਰਦੇ ਨੂੰ ਰੱਖੀਏ ਕਿ ਉਸ ਉੱਤੇ ਵਸਤੂ ਦਾ ਸਪਸ਼ਟ ਫੋਕਸ ਕੀਤਾ ਪ੍ਰਤੀਬਿੰਬ ਪ੍ਰਾਪਤ ਕੀਤਾ ਜਾ ਸਕੇ। ਪ੍ਰਤੀਬਿੰਬ ਦਾ ਆਕਾਰ ਅਤੇ ਪ੍ਰਕਿਰਤੀ ਪਤਾ ਕਰੋ। ਵਸਤੂ ਦੀ ਲੰਬਾਈ ਆਪਾਂ ਨੂੰ ਦਿੱਤੀ ਹੋਈ ਹੈ, ਭਾਵ ਜਿਹੜੀ ਉਸਦੀ ਉਚਾਈ ਹੈ 7 ਸੈਂਟੀਮੀਟਰ ਹੈ। ਫੋਕਸ ਦੂਰੀ ਆਪਾਂ ਨੂੰ ਦਿੱਤੀ ਹੋਈ ਹੈ, ਕਿਉਂਕਿ ਇਹ ਅਵਤਲ ਦਰਪਣ ਦੇ ਸਾਹਮਣੇ ਬਣਿਆ, ਅਤੇ ਇਸ ਕਰਕੇ ਇਹ ਮਾਈਨਸ ਦਾ ਹੋਵੇਗਾ, ਕਿਉਂਕਿ ਖੱਬੇ ਪਾਸੇ ਦੂਰੀ ਹੈ ਇਹ ਦਰਪਣ ਤੋਂ, ਤਾਂ -18 ਸੈਂਟੀਮੀਟਰ ਫੋਕਸ ਦੂਰੀ ਹੋਵੇਗੀ। ਵਸਤੂ ਦੀ ਦੂਰੀ ਵੀ ਉਸੇ ਪਾਸੇ ਹੈ ਜਿਸ ਪਾਸੇ ਪ੍ਰਤੀਬਿੰਬ ਬਣਿਆ, ਇਸ ਕਰਕੇ ਵਸਤੂ ਦੀ ਦੂਰੀ ਵੀ 27 ਸੈਂਟੀਮੀਟਰ ਦੀ ਜਗ੍ਹਾ -27 ਸੈਂਟੀਮੀਟਰ ਆਪਾਂ ਲਿਖਾਂਗੇ। ਤਾਂ ਪ੍ਰਤੀਬਿੰਬ ਦੀ ਦੂਰੀ ਆਪਾਂ ਪਤਾ ਕਰਨੀ ਹੈ। ਫਾਰਮੂਲਾ ਆਪਾਂ ਫਿਰ ਉਹੀ ਦਰਪਣ ਫਾਰਮੂਲਾ ਲਾਵਾਂਗੇ, 1/F ਬਰਾਬਰ 1/V ਪਲੱਸ 1/U। ਸਾਰੀਆਂ ਵੈਲਿਊ ਭਰ ਕੇ ਆਪਣੇ ਕੋਲੇ ਜਿਹੜਾ 20 ਹੈਗਾ -54 ਸੈਂਟੀਮੀਟਰ ਆ ਜਾਏਗਾ। ਤਾਂ 20 ਜਿਹੜੀ ਮਾਈਨਸ ਦੀ ਹੈ, ਭਾਵ ਪ੍ਰਤੀਬਿੰਬ ਵੀ ਜਿਹੜਾ ਹੈਗਾ ਉਸੇ ਪਾਸੇ ਬਣਿਆ ਜਿਸ ਪਾਸੇ ਵਸਤੂ ਸੀ, ਭਾਵ ਜਿਵੇਂ ਗ੍ਰਾਫ ਦੇ ਖੱਬੇ ਪਾਸੇ ਵਾਲੀਆਂ ਦੂਰੀਆਂ ਮਾਈਨਸ 'ਚ ਲੈਂਦੇ ਹਾਂ, ਉਸੇ ਤਰ੍ਹਾਂ ਹੀ ਇਹ 20 ਬਰਾਬਰ -54 ਸੈਂਟੀਮੀਟਰ ਆ ਗਿਆ। ਤਾਂ ਹੁਣ ਆਪਾਂ ਵੱਡ ਦਰਸ਼ਨ ਦਾ ਫਾਰਮੂਲਾ ਲਾਵਾਂਗੇ। ਵੱਡ ਦਰਸ਼ਨ M ਕਿਹਦੇ ਬਰਾਬਰ ਹੁੰਦਾ? H'/H। H' ਹੈਗੀ ਆ ਪ੍ਰਤੀਬਿੰਬ ਦੀ ਉਚਾਈ, ਅਤੇ H ਹੈਗੀ ਵਸਤੂ ਦੀ ਉਚਾਈ। ਵਸਤੂ ਦੀ ਉਚਾਈ ਆਪਾਂ ਨੂੰ ਪਹਿਲਾਂ ਹੀ ਦਿੱਤੀ ਹੋਈ ਹੈ 7 ਸੈਂਟੀਮੀਟਰ। ਤਾਂ ਆਪਾਂ H' ਬਰਾਬਰ -V/U ਭਰ ਕੇ ਤਾਂ ਉਹਦੇ 'ਚ ਵੈਲਿਊਜ਼ ਭਰ ਦਾਂਗੇ। H' ਇਕੱਲੇ ਦੀ ਵੈਲਿਊ ਨਹੀਂ ਹੈਗੀ, H ਦੀ ਵੈਲਿਊ ਆਪਣੇ ਕੋਲੇ ਉਚਾਈ ਜਿਹੜੀ 7 ਸੈਂਟੀਮੀਟਰ ਹੈ, V ਭਾਵ ਜਿਹੜੀ ਪ੍ਰਤੀਬਿੰਬ ਦੀ ਦੂਰੀ ਹੈ -54 ਸੈਂਟੀਮੀਟਰ ਹੈ, ਅਤੇ U ਭਾਵ ਵਸਤੂ ਦੀ ਦੂਰੀ ਜਿਹੜੀ ਹੈਗੀ ਹੈ ਦਰਪਣ ਤੋਂ 27 ਸੈਂਟੀਮੀਟਰ ਹੈ। ਇਸ ਕਰਕੇ ਸਾਰੀਆਂ ਵੈਲਿਊਜ਼ ਭਰ ਕੇ ਆਪਣੇ ਕੋਲੇ H' ਜਿਹੜਾ ਆ ਜਾਏਗਾ -14 ਸੈਂਟੀਮੀਟਰ, ਭਾਵ ਜਿਹੜਾ ਪ੍ਰਤੀਬਿੰਬ ਬਣਿਆ ਉਹ ਉਸ ਦੀ ਉਚਾਈ ਕਿੰਨੀ ਸੀ? 14 ਸੈਂਟੀਮੀਟਰ। ਮਾਈਨਸ ਆਇਆ, ਇਸ ਦਾ ਭਾਵ ਹੈ ਕਿ ਇਹ ਥੱਲੇ ਨੂੰ ਬਣਿਆ, ਜਿਹੜੀ ਮੁੱਖ ਧੁਰੇ ਦੀ ਰੇਖਾ ਹੈਗੀ ਆ ਉਸ ਦੇ ਥੱਲੇ ਨੂੰ ਪ੍ਰਤੀਬਿੰਬ ਬਣਿਆ, ਭਾਵ ਉਲਟਾ ਪ੍ਰਤੀਬਿੰਬ ਬਣਿਆ, ਇਸ ਕਰਕੇ ਇਹਨੂੰ ਆਪਾਂ -14 ਸੈਂਟੀਮੀਟਰ ਲਿਖਿਆ ਹੈਗਾ। ਜੇ ਸਿੱਧਾ ਪ੍ਰਤੀਬਿੰਬ ਹੁੰਦਾ ਫਿਰ ਇਹ ਪਲੱਸ ਵਿੱਚ ਆਉਣਾ ਸੀਗਾ। ਤਾਂ ਇਹਨਾਂ ਗੱਲਾਂ ਦਾ ਜ਼ਰੂਰ ਆਪਾਂ ਧਿਆਨ ਰੱਖਣਾ ਹੈਗਾ ਕਿ ਜਦੋਂ ਵੀ ਆਪਾਂ ਕੋਈ ਦੂਰੀ ਮਿਣਦੇ ਹੈਗੇ ਆ, ਕਦੇ ਵੀ ਕੋਈ ਆਪਾਂ ਅਵਤਲ ਦਰਪਣ ਜਾਂ ਉਤਲ ਦਰਪਣ ਦੇ ਸਾਹਮਣੇ ਰੇਖਾ ਚਿੱਤਰ ਬਣਾਉਣ ਦੇ ਲਈ, ਤਾਂ ਆਪਾਂ ਨੂੰ ਬਿਲਕੁਲ ਗ੍ਰਾਫ ਪੇਪਰ ਵਾਲੇ ਰੂਲ ਜਿਹੜੇ ਹੈਗੇ ਆ ਉਹ ਫੋਲੋ ਕਰਨੇ ਪੈਣਗੇ। ਜਦੋਂ ਗ੍ਰਾਫ ਬਣਾਉਂਦੇ ਆ, ਉੱਤੇ ਵਾਲੀਆਂ ਜਿਹੜੀਆਂ ਉਚਾਈਆਂ ਹੁੰਦੀਆਂ ਪੋਜ਼ਿਟਿਵ ਹੁੰਦੀਆਂ ਜਿਹੜੀਆਂ, ਅਤੇ ਸੱਜੇ ਪਾਸੇ ਵਾਲੀ ਦੂਰੀ ਜਿਹੜੀ ਉਹ ਵੀ ਪੋਜ਼ਿਟਿਵ ਹੁੰਦੀ ਹੈ, ਥੱਲੇ ਵਾਲੀ ਜਿਹੜੀ ਉਚਾਈ ਉਹ ਨੈਗੇਟਿਵ ਹੁੰਦੀ ਹੈ, ਅਤੇ ਖੱਬੇ ਪਾਸੇ ਵਾਲੀ ਦੂਰੀ ਉਹ ਵੀ ਨੈਗੇਟਿਵ ਹੁੰਦੀ ਹੈ। ਤੋਂ ਵਾਧੂ ਪ੍ਰਸ਼ਨ ਹੁਣ ਆਪਾਂ ਇਹਦੇ ਕਰਾਂਗੇ। ਜਿਵੇਂ ਪਹਿਲਾ ਪ੍ਰਸ਼ਨ ਹੈ ਕਿ ਪ੍ਰਕਾਸ਼ ਦਾ ਪਰਿਵਰਤਨ ਕੀ ਹੁੰਦਾ ਹੈ?
ਸਿੰਪਲ ਜਿਹਾ ਜਿਸ ਤਰ੍ਹਾਂ ਆਪਾਂ ਕੰਧ ਤੇ ਗੇਂਦ ਮਾਰਦੇ ਹਾਂ, ਗੇਂਦ ਵਾਪਸ ਆ ਜਾਂਦੀ ਹੈ, ਉਸੇ ਤਰ੍ਹਾਂ ਪ੍ਰਕਾਸ਼ ਕਿਸੇ ਪਾਲਿਸ਼ ਕੀਤੀ ਹੋਈ ਸਤ੍ਹਾ ਤੇ ਟਕਰਾ ਕੇ ਉਸੇ ਮਾਧਿਅਮ ਵਿੱਚ ਵਾਪਸ ਮੁੜ ਆਉਂਦਾ ਹੈਗਾ, ਤਾਂ ਉਸ ਨੂੰ ਆਪਾਂ ਪ੍ਰਕਾਸ਼ ਦਾ ਪ੍ਰਵਰਤਨ ਕਹਿੰਦੇ ਹਾਂ। ਇਸ ਦੇ ਦੋ ਨਿਯਮ ਹੈ ਪ੍ਰਕਾਸ਼ ਦੇ ਪ੍ਰਵਰਤਨ ਦੇ। ਪਹਿਲਾ ਨਿਯਮ ਇਸ ਦਾ ਇਹ ਹੈਗਾ ਕਿ ਆਪਤਨ ਕੋਣ ਤੇ ਪ੍ਰਵਰਤਨ ਕੋਣ ਦੋਨੇ ਬਰਾਬਰ ਹੁੰਦੇ ਆ। ਭਾਵ ਜੇ ਮੰਨ ਲਓ ਆਪਾਂ ਕਿਸੇ ਦਰਪਣ ਦੇ ਸਾਹਮਣੇ, ਸਮਤਲ ਦਰਪਣ ਦੇ ਸਾਹਮਣੇ ਆਪਾਂ ਇਹ ਕਿਰਿਆ ਕਰ ਸਕਦੇ ਹਾਂ। ਇਹ ਕਿਰਿਆ ਵੀ ਸ਼ਾਇਦ ਆਪਣੇ ਕੋਲ ਹੋਵੇਗੀ ਕਿ ਉਸ ਦੇ ਵਿੱਚ ਜਿਹੜਾ ਦਰਪਣ ਹੈਗਾ ਉਹਨੂੰ ਇੱਕ ਸਟੈਂਡਿੰਗ ਪੋਸਚਰ ਵਿੱਚ ਰੱਖ ਕੇ ਤਾਂ ਲਗਭਗ ਉਸ ਦੇ ਸਤ੍ਹਾ ਦੇ 45 ਡਿਗਰੀ ਤੋਂ ਆਪਾਂ ਇੱਕ ਕਿਰਨ ਜਿਹੜੀ ਹੈਗੀ ਆ ਉਹ ਸਮਤਲ ਦਰਪਣ 'ਤੇ ਪਾਵਾਂਗੇ, ਤਾਂ ਉਹਦੇ ਬਿਲਕੁਲ ਉਲਟ ਪਾਸੇ ਇਸ ਦਾ ਪ੍ਰਤੀਬਿੰਬ ਬਣ ਜਾਏਗਾ। ਬਿਲਕੁਲ ਮਤਲਬ ਉਹਦਾ ਜਿਹੜਾ ਉਸ ਸਤ੍ਹਾ ਦਾ ਅਭਿਲੰਬ ਹੁੰਦਾ ਹੈ। ਅਭਿਲੰਬ ਕੀ ਹੁੰਦਾ? ਜਿਹੜੀ ਉਸ ਦੀ ਇੱਕ ਪਰਪੈਂਡੀਕੂਲਰ ਰੇਖਾ ਖਿੱਚੀ ਹੁੰਦੀ ਹੈ ਸਤ੍ਹਾ ਦੇ, ਉਸ ਅਭਿਲੰਬ ਅਤੇ ਸਤ੍ਹਾ ਦੇ ਵਿਚਕਾਰ ਦੋਨੇ ਪਾਸੇ, ਇੱਕ ਪਾਸੇ ਜਿਹੜੀ ਹੈਗੀ ਆ ਆਪਾਤੀ ਕਿਰਨ ਆਵੇਗੀ, ਤਾਂ ਇੱਕ ਪਾਸੇ ਜਦੋਂ ਉਹ ਪਰਾਵਰਤਿਤ ਹੋਵੇਗੀ ਤਾਂ ਉਹ ਪਰਾਵਰਤਿਤ ਕਿਰਨ ਆਵੇਗੀ। ਉਸ ਆਪਾਤੀ ਕਿਰਨ ਅਤੇ ਪਰਾਵਰਤਿਤ ਕਿਰਨ ਦਾ ਅਭਿਲੰਬ ਦੇ ਨਾਲ ਜਿਹੜਾ ਕੋਣ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ। ਜੇ ਆਪਤਨ ਕੋਣ 30 ਡਿਗਰੀ ਹੈ ਤਾਂ ਪਰਾਵਰਤਨ ਕੋਣ ਵੀ 30 ਡਿਗਰੀ ਹੋਵੇਗਾ। ਜੇ ਆਪਤਨ ਕੋਣ 45 ਡਿਗਰੀ ਹੈ ਤਾਂ ਪਰਾਵਰਤਨ ਕੋਣ ਵੀ 45 ਡਿਗਰੀ ਹੋਵੇਗਾ। ਜੇ ਆਪਤਨ ਕੋਣ 60 ਡਿਗਰੀ ਹੈ ਤਾਂ ਪਰਾਵਰਤਨ ਕੋਣ ਵੀ 60 ਡਿਗਰੀ ਹੋਵੇਗਾ। ਤਾਂ ਪਹਿਲਾ ਨਿਯਮ ਤਾਂ ਇਹੀ ਹੈ ਕਿ ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਦੂਸਰਾ ਇਸ ਦਾ ਨਿਯਮ ਇਹ ਹੈ ਕਿ ਆਪਤਿਤ ਕਿਰਨ ਕਿਹੜੀ ਹੈ? ਜਿਹੜੀ ਪ੍ਰਕਾਸ਼ ਦੇ ਕਿਸੇ ਸੋਮੇ ਤੋਂ ਸਮਤਲ ਦਰਪਣ 'ਤੇ ਪੈ ਰਹੀ ਹੈ, ਉਹ ਆਪਤਿਤ ਕਿਰਨ ਹੈ। ਤਾਂ ਆਪਤਿਤ ਕਿਰਨ ਦਰਪਣ ਦੇ ਆਪਤਨ ਬਿੰਦੂ ਉੱਪਰ ਲੰਬ, ਜਿਹੜਾ ਅਭਿਲੰਬ ਆਪਾਂ ਕਹਿੰਦੇ ਹਾਂ ਉਹਨੂੰ ਕਹਿੰਦੇ ਹਾਂ, ਅਤੇ ਪਰਾਵਰਤਿਤ ਕਿਰਨ ਸਾਰੇ ਇੱਕੋ ਤਲ ਦੇ ਵਿੱਚ ਹੁੰਦੇ ਹਨ। ਤਾਂ ਇਹ ਵੀ ਇੱਕ ਉਸ ਦਾ ਪ੍ਰਕਾਸ਼ ਦੇ ਪਰਾਵਰਤਨ ਦਾ ਨਿਯਮ ਹੈਗਾ। ਤੀਸਰਾ ਪ੍ਰਸ਼ਨ ਆਪਣੇ ਕੋਲ ਹੈਗਾ ਕਿ ਗੋਲਾਕਾਰ ਦਰਪਣ ਕਿਸ ਨੂੰ ਕਹਿੰਦੇ ਹਨ ਅਤੇ ਇਹ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਇੱਕ ਖੋਖਲੇ ਗੋਲੇ ਦਾ ਹਿੱਸਾ ਹੁੰਦਾ, ਜਿਵੇਂ ਤੁਸੀਂ ਥੱਲੇ ਚਿੱਤਰ ਵੀ ਦੇਖ ਰਹੇ ਹੋ, ਦੋਨੋਂ ਤਰ੍ਹਾਂ ਦੇ ਦਰਪਣ ਆਪਾਂ ਨੂੰ ਦਿਖਾਏ, ਗੋਲਾਕਾਰ ਉੱਤਲ ਦਰਪਣ ਵੀ ਦਿਖਾਇਆ ਅਤੇ ਅਵਤਲ ਦਰਪਣ ਵੀ ਦਿਖਾਇਆ। ਤਾਂ ਖੋਖਲੇ ਗੋਲੇ ਦਾ ਇੱਕ ਹਿੱਸਾ ਹੁੰਦਾ ਹੈ ਜਿਸ ਦੀ ਇੱਕ ਸਤ੍ਹਾ ਪਾਲਿਸ਼ ਕੀਤੀ ਹੁੰਦੀ ਹੈ, ਅਤੇ ਗੋਲਾਕਾਰ ਦਰਪਣ ਦੀ ਪਰਾਵਰਤਨ ਸਤ੍ਹਾ ਜਿਹੜੀ ਆ ਅੰਦਰ ਜਾਂ ਬਾਹਰ ਵੱਲ ਵਕਰ ਹੋ ਸਕਦੀ ਹੈ। ਤਾਂ ਉਸ ਦੇ ਆਧਾਰ 'ਤੇ ਦੋ ਦਰਪਣ ਹੁੰਦੇ ਆ, ਇੱਕ ਉੱਤਲ ਦਰਪਣ ਅਤੇ ਇੱਕ ਅਵਤਲ ਦਰਪਣ। ਜਿਹੜਾ ਉੱਤਲ ਦਰਪਣ ਹੈ ਉਸ ਦੀ ਪਰਾਵਰਤਕ ਸਤ੍ਹਾ ਬਾਹਰ ਨੂੰ ਉੱਭਰਵੀਂ ਹੁੰਦੀ ਹੈ, ਜਿਸ ਪਾਸੇ ਲਾਈਨਾਂ ਲਾਈਆਂ ਹੋਈਆਂ ਉੱਧਰਲੇ ਪਾਸੇ ਪੇਂਟ ਕੀਤਾ ਹੋਇਆ ਦਰਪਣ ਦੇ, ਜਿਸ 'ਤੇ ਸਿਲਵਰ ਕੋਟ ਮਾਰ ਕੇ ਉੱਤੇ ਲਾਲ ਰੰਗ ਕਰ ਦਿੰਦੇ ਆ। ਤਾਂ ਇਸੇ ਤਰ੍ਹਾਂ ਅਵਤਲ ਦਰਪਣ ਦੀ ਜਿਹੜੀ ਪਰਾਵਰਤਕ ਸਤ੍ਹਾ ਹੈ ਇਹ ਅੰਦਰਵਾਰ ਨੂੰ ਹੈ, ਜਿਵੇਂ ਤੁਸੀਂ ਚਿੱਤਰ ਵਿੱਚ ਵੀ ਦੇਖ ਰਹੇ ਹੋ। ਤਾਂ ਪਾਲਿਸ਼ ਕੀਤੀ ਅਤੇ ਪਰਾਵਰਤਕ ਸਤ੍ਹਾ ਵੱਖ-ਵੱਖ ਹੁੰਦੀ ਹੈ। ਤਾਂ ਉੱਤਲ ਅਤੇ ਅਵਤਲ ਦਰਪਣ ਵਿੱਚ ਕੀ ਅੰਤਰ ਹੈ? ਸਿੰਪਲ ਜਿਹਾ ਅੰਤਰ ਇਹੀ ਹੈਗਾ ਕਿ ਜੇ ਤਾਂ ਪਰਾਵਰਤਕ ਸਤ੍ਹਾ ਬਾਹਰ ਵੱਲ ਵਕਰ ਹੈ ਤਾਂ ਉਹ ਉੱਤਲ ਦਰਪਣ ਹੈ, ਜੇ ਪਰਾਵਰਤਕ ਸਤ੍ਹਾ ਅੰਦਰ ਵੱਲ ਨੂੰ ਵਕਰ ਹੈਗੀ ਹੈ ਤਾਂ ਉਹ ਅਵਤਲ ਦਰਪਣ ਹੈ। ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਹੀ ਰਹੇ ਹੋ, ਜਿਹੜੇ ਪਾਸੇ ਛੋਟੀਆਂ-ਛੋਟੀਆਂ ਲਾਈਨਾਂ ਲਗਾਈਆਂ ਹੋਈਆਂ ਇਹ ਦਰਪਣ ਦੇ ਇੱਕ ਪਾਸੇ, ਉਹ ਉਸ ਦੀ ਪੇਂਟ ਕੀਤੀ ਹੋਈ ਸਤ੍ਹਾ ਹੈ, ਭਾਵ ਉਹ ਪਰਾਵਰਤਕ ਸਤ੍ਹਾ ਨਹੀਂ ਹੈਗੀ ਗੀ। ਪਰਾਵਰਤਕ ਸਤ੍ਹਾ ਦੂਸਰੇ ਪਾਸੇ ਹੈ ਜਿੱਥੇ ਗੋਲਾਕਾਰ ਵਕਰ ਬਿਲਕੁਲ ਪਲੇਨ ਹੈ, ਚਾਹੇ ਉਹ ਬਾਹਰ ਹੋਵੇ ਚਾਹੇ ਉਹ ਅੰਦਰ ਹੋਵੇ। ਤਾਂ ਉਸ ਨਾਲ ਆਪਾਂ ਉੱਤਲ ਅਤੇ ਅਵਤਲ ਦਰਪਣ ਦੀ ਜਿਹੜੀ ਪਹਿਚਾਣ ਕਰ ਸਕਦੇ ਹਾਂ, ਦੇਖ ਕੇ ਵੀ ਜਾਂ ਉਹਨੂੰ ਟੱਚ ਕਰਕੇ ਵੀ। ਪੰਜਵਾਂ ਪ੍ਰਸ਼ਨ ਹੈ ਕਿ ਗੋਲਾਕਾਰ ਦਰਪਣ ਦਾ ਵਕਰਤਾ ਕੇਂਦਰ ਕਿਸ ਨੂੰ ਕਹਿੰਦੇ ਹਨ। ਜੇ ਮੰਨ ਲਓ ਇਸ ਦਰਪਣ ਨੂੰ ਇੱਕ ਗੋਲਾਕਾਰ ਕੱਚ ਦੀ ਗੇਂਦ ਦਾ ਹਿੱਸਾ ਮੰਨ ਲਈਏ, ਤਾਂ ਉਸ ਪੂਰੀ ਗੇਂਦ ਦਾ ਜਿਹੜਾ ਕੇਂਦਰ ਹੁੰਦਾ ਹੈ ਉਸ ਨੂੰ ਆਪਾਂ ਵਕਰਤਾ ਕੇਂਦਰ ਕਹਿੰਦੇ ਹਾਂ। ਤਾਂ ਗੋਲਾਕਾਰ ਦਰਪਣ ਦੀ ਪਰਾਵਰਤਕ ਸਤ੍ਹਾ ਇੱਕ ਗੋਲੇ ਦਾ ਭਾਗ ਹੈ। ਇਸ ਗੋਲੇ ਦਾ ਕੇਂਦਰ ਗੋਲਾਕਾਰ ਦਰਪਣ ਦਾ ਵਕਰਤਾ ਕੇਂਦਰ ਹੁੰਦਾ ਹੈ। ਇਸ ਨੂੰ ਅੱਖਰ C ਦੁਆਰਾ ਦਰਸਾਇਆ ਜਾਂਦਾ ਹੈ, ਜਿਹੜਾ ਕਿ ਜਦੋਂ ਆਪਾਂ ਰੇਖਾ ਚਿੱਤਰ ਬਣਾਉਂਦੇ ਹਾਂ ਉਹਦੇ ਵਿੱਚ ਆਪਾਂ ਦੇਖਿਆ। ਛੇਵਾਂ ਪ੍ਰਸ਼ਨ ਹੈ ਕਿ ਗੋਲਾਕਾਰ ਦਰਪਣ ਦਾ ਵਕਰਤਾ ਅਰਧ ਵਿਆਸ ਕਿਸ ਨੂੰ ਕਹਿੰਦੇ ਹਨ। ਤਾਂ ਵਕਰਤਾ ਕੇਂਦਰ ਤੋਂ ਲੈ ਕੇ ਜਿਹੜੀ ਧਰੁਵ ਤੱਕ ਦੀ ਦੂਰੀ ਆ, ਭਾਵ ਦਰਪਣ ਦੀ ਉਹ ਸਤ੍ਹਾ ਜਿੱਥੋਂ ਪਰਾਵਰਤਨ ਹੋਣਾ ਹੈਗਾ ਉਸ ਦਾ ਕੇਂਦਰ, ਉਸ ਨੂੰ ਆਪਾਂ ਧਰੁਵ ਕਹਿੰਦੇ ਹਾਂ। ਤਾਂ ਵਕਰਤਾ ਕੇਂਦਰ ਤੋਂ ਲੈ ਕੇ ਧਰੁਵ ਤੱਕ ਦੀ ਜਿਹੜੀ ਦੂਰੀ ਆ ਉਹਨੂੰ ਆਪਾਂ ਵਕਰਤਾ ਅਰਧ ਵਿਆਸ ਕਹਿੰਦੇ ਹਾਂ, ਅਤੇ ਇਹਨੂੰ ਹਮੇਸ਼ਾ ਕੈਪੀਟਲ R ਦੇ ਨਾਲ ਦਰਸਾਇਆ ਜਾਂਦਾ ਹੈਗਾ। ਸੱਤਵਾਂ ਪ੍ਰਸ਼ਨ ਹੈ ਕਿ ਗੋਲਾਕਾਰ ਦਰਪਣ ਦਾ ਧਰੁਵ ਜਾਂ ਸ਼ੀਰਸ਼ ਜਾਂ ਪੋਲ ਕਿਹਨੂੰ ਕਹਿੰਦੇ ਆ। ਤਾਂ ਸ਼ੀਰਸ਼ ਜਿਹੜਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਇਹ ਦਰਪਣ ਦਾ ਪਰਾਵਰਤਕ ਸਤ੍ਹਾ ਦਾ ਬਿਲਕੁਲ ਕੇਂਦਰ ਹੁੰਦਾ, ਜਿਹਨੂੰ ਆਪਾਂ P ਨਾਲ ਦਰਸਾਉਂਦੇ ਹੈਗੇ ਹਾਂ। ਤਾਂ ਪਰਾਵਰਤਕ ਸਤ੍ਹਾ ਦਾ ਇਹ ਕੇਂਦਰ ਹੈ ਜਿਹੜਾ ਉਸ ਦਾ ਦਰਪਣ ਦਾ। ਅੱਠਵਾਂ ਪ੍ਰਸ਼ਨ ਹੈ ਕਿ ਗੋਲਾਕਾਰ ਦਰਪਣ ਦਾ ਮੁੱਖ ਧੁਰਾ ਕਿਸ ਨੂੰ ਕਹਿੰਦੇ ਹਨ।
ਮੁੱਖ ਧੁਰਾ ਉਸਦਾ ਗੋਲਾਕਾਰ ਦਰਪਣ ਦੇ ਧਰੁਵ ਅਤੇ ਵਕਰਤਾ ਕੇਂਦਰ ਵਿੱਚੋਂ ਲੰਘਦੀ ਇੱਕ ਸਿੱਧੀ ਰੇਖਾ ਨੂੰ ਦਰਪਣ ਦਾ ਮੁੱਖ ਧੁਰਾ ਕਹਿੰਦੇ ਹਨ। ਬਿਲਕੁਲ ਜਿਹੜੀ ਦਰਪਣ ਦੇ ਪਰਪੈਂਡੀਕੂਲਰ ਰੇਖਾ ਹੁੰਦੀ ਹੈ, ਜਿਹੜੀ ਆਰ ਪਾਰ ਹੁੰਦੀ ਹੈ ਉਹਦੇ ਬਿਲਕੁਲ ਸਿੱਧੀ, ਉਸ ਨੂੰ ਆਪਾਂ ਮੁੱਖ ਧੁਰਾ ਕਹਿੰਦੇ ਹਾਂ। ਤਾਂ ਗੋਲਾਕਾਰ ਦਰਪਣ ਦੀ ਫੋਕਸ ਦੂਰੀ ਕੀ ਹੈ ਕਿ ਜਦੋਂ ਜਿਹੜਾ ਮੁੱਖ ਫੋਕਸ ਵਾਲਾ ਬਿੰਦੂ ਹੈ ਦਰਪਣ ਦੇ ਸਾਹਮਣੇ ਅਤੇ ਧਰੁਵ ਦਾ ਬਿੰਦੂ ਹੈ, ਉਹਨਾਂ ਦੋਨਾਂ ਦੀ ਆਪਸ ਵਿੱਚ ਜਿਹੜੀ ਦੂਰੀ ਹੈ ਉਸ ਨੂੰ ਫੋਕਸ ਦੂਰੀ ਕਹਿੰਦੇ ਆ। ਅਤੇ ਫੋਕਸ ਦੂਰੀ ਨੂੰ ਹਮੇਸ਼ਾ ਛੋਟੀ ਐਫ ਦੇ ਨਾਲ ਦਰਸਾਇਆ ਜਾਂਦਾ ਹੈ। 10ਵਾਂ ਪ੍ਰਸ਼ਨ ਹੈ ਕਿ ਗੋਲਾਕਾਰ ਦਰਪਣ ਦੇ ਵਕਰਤਾ ਅਰਧ ਵਿਆਸ ਅਤੇ ਫੋਕਸ ਦੂਰੀ ਵਿੱਚ ਕੀ ਸੰਬੰਧ ਹੈ। ਇਹ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਆਰ ਬਰਾਬਰ 2F ਹੁੰਦਾ। ਆਰ ਜਿਹੜਾ ਵਕਰਤਾ ਅਰਧ ਵਿਆਸ ਹੈ ਅਤੇ ਸਮਾਲ ਐਫ ਜਿਹੜੀ ਆ ਫੋਕਸ ਦੂਰੀ ਹੈ। ਤਾਂ ਜਿਹੜਾ ਵਕਰਤਾ ਅਰਧ ਵਿਆਸ ਹੈ ਉਹ ਫੋਕਸ ਦੂਰੀ ਦਾ ਦੁੱਗਣਾ ਹੁੰਦਾ। ਭਾਵ ਜਿੰਨੀ ਫੋਕਸ ਦੂਰੀ ਹੈ, ਜੇ ਮੰਨ ਲਓ ਫੋਕਸ ਦੂਰੀ 2 ਹੈਗੀ ਹੈ ਤਾਂ ਵਕਰਤਾ ਅਰਧ ਵਿਆਸ 4 ਹੋਵੇਗਾ। ਤਾਂ ਇਸ ਤਰ੍ਹਾਂ ਆਪਾਂ ਇਸ ਤੋਂ ਅਗਲੇ ਲੈਕਚਰ 'ਚ ਮੈਂ ਜਿਹੜਾ 11ਵਾਂ ਪ੍ਰਸ਼ਨ ਜਿਹੜਾ ਇਸ ਦਾ ਹੈਗਾ ਉਹ ਕਰਾਂਗੇ ਆਪਾਂ। ਧੰਨਵਾਦ।